ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਕਨ ਹਰ ਬੂੰਦ ਬਸਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਾਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਮ ਜਨ ਭਲ ਉਨਹਿ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨ ਆਵੈ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇਕ ਵਸਤ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਪਰਮ ਸਨਮਾਨ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਦੀਨਾ ਬੰਧੂ ਪਤਿਤ ਪਾਵਨ ਭਗਤ ਵਸ਼ਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਭੱਲਿਆਂ ਦੀ ਵੰਸ਼ ਦੇ ਅਵਤੰਸ਼ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਗਮਨ ਦਿਹਾੜੇ ਨੂੰ ਸਮਰਪਿਤ ਜੋ ਗੁਰਦੁਆਰਾ ਰਾਮਟਾਲੀ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਹ ਮਹਾਨ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਤੇ ਇਸ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਜੀਵਨ ਸਫਲ ਕਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ, ਵੱਡਿਆਂ ਭਾਗਾਂ ਦੇ ਨਾਲ ਗੁਰੂ ਕੀ ਸੰਗਤ ਦੇ ਵਿੱਚ ਬੈਠਣ ਦਾ ਸੁਭਾਗ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ ਹੈ। ਕਥਾ ਦੀ ਆਰੰਭਤਾ ਤੋਂ ਪਹਿਲਾਂ ਮੈਂ ਇੱਕ ਵਿਸ਼ੇਸ਼ ਬੇਨਤੀ ਦੀਵਾਨ ਦੇ ਵਿੱਚ ਸਜੀ ਹੋਈ ਸੰਗਤ ਨੂੰ ਕਰਾਂਗਾ। ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਭੇਜਦੇ ਹਾਂ, ਕਾਲਜਾਂ ਦੇ ਵਿੱਚ ਭੇਜਦੇ ਹਾਂ, ਸਕੂਲ ਦੀ ਆਪੋ ਆਪਣਾ ਕੁਛ ਅਨੁਸ਼ਾਸਨ ਹੁੰਦਾ ਹੈ, ਆਪੋ ਆਪਣਾ ਕੁਛ ਡਿਸਿਪਲਿਨ ਹੁੰਦਾ ਹੈ।
ਜਿੰਨਾ ਮਰਜ਼ੀ ਬੱਚਾ ਲਾਇਕ ਹੋਵੇ, ਜਿੰਨਾ ਮਰਜ਼ੀ ਬੱਚਾ ਪੜ੍ਹਾਕੂ ਇੰਟੈਲੀਜੈਂਟ ਹੋਵੇ, ਪਰ ਜੇ ਉਸ ਸਕੂਲ ਦਾ ਅਨੁਸ਼ਾਸਨ ਨਹੀਂ ਪਾਲਦਾ ਤੇ ਉਸ ਨੂੰ ਉਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ। ਤੁਸੀਂ ਗੁਰੂ ਕੀ ਸੰਗਤ ਦੇ ਵਿੱਚ ਆਣ ਕੇ ਬੈਠੇ ਹੋ, ਤੁਹਾਡਾ ਧੰਨਵਾਦ। ਗੁਰੂ ਕੀ ਸੰਗਤ ਦੇ ਵਿੱਚ ਬੈਠਣ ਦਾ ਅਨੁਸ਼ਾਸਨ, ਗੁਰੂ ਕੀ ਸੰਗਤ ਦੇ ਵਿੱਚ ਬੈਠਣ ਦਾ ਨਿਯਮ, ਡਿਸਪਲਿਨ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਸਾਨੂੰ ਦੱਸਿਆ ਹੈ। ਸਾਹਿਬਾਂ ਦਾ ਪਵਿੱਤਰ ਬਚਨ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀ। हे ਗੁਰਸਿੱਖ ਮਿੱਤਰੋ, ਜਦੋਂ ਵੀ ਤੁਸੀਂ ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਪਰਮੇਸ਼ਰ ਦੀ ਉਪਮਾ, ਪਰਮੇਸ਼ਰ ਦੀ ਵਡਿਆਈ ਕਰਨੀ ਹੈ, ਤਾਂ ਸਾਰਿਆਂ ਦੇ ਨਾਲੋਂ ਪਹਿਲੋਂ ਤੁਹਾਡਾ ਸਰੀਰ ਸਾਵਧਾਨ ਹੋਣਾ ਚਾਹੀਦਾ, ਔਰ ਦੂਸਰੇ ਨੰਬਰ ਦੇ ਉੱਪਰ ਤੁਹਾਡਾ ਜਿਹੜਾ ਚਿੱਤ ਹੈ ਉਹ ਇਕਾਗਰ ਹੋਣਾ ਚਾਹੀਦਾ। ਸਰੀਰ ਦੀ ਸਾਵਧਾਨਤਾ ਦਾ ਪਤਾ ਉੱਥੋਂ ਲੱਗਦਾ ਹੈ ਕਿ ਜੋ ਵਕਤਾ ਕਹਿ ਰਿਹਾ ਹੈ ਉਸ ਨੂੰ ਸੰਗਤ ਸੁਣ ਲਈ ਹੈ, ਕਿਉਂਕਿ ਜਿੰਨਾ ਚਿਰ ਤੱਕ ਵਕਤੇ ਤੇ ਸਰੋਤੇ ਦਾ ਸੁਮੇਲ ਨਹੀਂ ਹੁੰਦਾ, ਉਹਨਾਂ ਚਿਰ ਤੱਕ ਵਕਤੇ ਦਾ ਕਿਹਾ ਤੇ ਸਰੋਤੇ ਦਾ ਸੁਣਿਆ ਕਿਸੇ ਵੀ ਲੇਖੇ ਦੇ ਵਿੱਚ ਨਹੀਂ। ਸੰਪਰਦਾ ਦੇ ਵਿੱਚ ਮਹਾਂਪੁਰਖਾਂ ਦੇ ਕੋਲੋਂ ਵਿਦਿਆ ਪੜ੍ਹਦੇ ਸਾਂ, ਉਹਨਾਂ 16 ਗੁਣੀ ਵਕਤੇ ਦੇ ਦੱਸੇ ਤੇ 16 ਗੁਣੀ ਸਰੋਤੇ ਦੇ ਦੱਸੇ, ਔਰ ਨਾਲ ਦੀ ਨਾਲ ਸਮਝਾਇਆ ਕਿ 16 ਦੀ ਜਗ੍ਹਾ ਦੇ ਵਿੱਚੋਂ ਜੇ ਇੱਕ ਵੀ ਘੱਟ ਹੋਵੇ, 15 ਵੀ ਹੋਣ, ਤੇ ਜੇ ਸਰੋਤਾ ਸੁਣ ਰਿਹਾ ਹੈ ਉਸ ਨੂੰ ਕੁਝ ਸਮਝ ਨਹੀਂ ਆਵੇ। ਜੇ ਵਕਤਾ ਕਥਨ ਕਰ ਰਿਹਾ ਹੈ ਤੇ ਉਸ ਨੂੰ ਕੀਤੀ ਹੋਈ ਕਥਨੀ ਦਾ ਆਪ ਨੂੰ ਕੋਈ ਵੀ ਲਾਭ ਪ੍ਰਾਪਤ ਨਹੀਂ ਹੋ। ਇਸ ਵਾਸਤੇ ਮੈਂ ਇਹ ਬੇਨਤੀ ਕੀਤੀ ਕਿ ਆਪ ਗੁਰੂ ਕੀ ਸੰਗਤ ਦੇ ਵਿੱਚ ਬੈਠੇ ਹੋ, ਬੈਠਾ ਹੋਇਆ ਗੁਰੂ ਕੀ ਸੰਗਤ ਦੇ ਵਿੱਚ ਵੀ ਸਾਡਾ ਅਜਾਈ ਨਾ ਚਲੇ ਜਾਵੇ। ਬੈਠੇ ਹੋਏ ਗੁਰੂ ਕੀ ਸੰਗਤ ਦੇ ਵਿੱਚ ਅਸੀਂ ਆਪਣੇ ਸਵਾਸ, ਆਪਣੇ ਜਨਮ ਨੂੰ ਨਿਸਫਲ ਨਾ ਗਵਾਈਏ। ਬੜੇ ਪਿਆਰ ਸਤਿਕਾਰ ਦੇ ਨਾਲ ਜਿੰਨੀ ਸੰਗਤ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠੀ ਹੈ, ਇੱਕ ਚਿੱਤ ਇਕਾਗਰ ਹੋ ਕਰਕੇ ਸਰੀਰ ਨੂੰ ਸਾਵਧਾਨ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸੀਸ ਝੁਕਾਓ, ਸਤਿਕਾਰ ਸਹਿਤ ਕੁਛ ਕਹਿਣ ਦੀ ਆਗਿਆ ਬਖਸ਼ੋ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਆਪਾਂ ਪਵਿੱਤਰ ਜੀਵਨ ਵਾਚਦੇ ਹਾਂ, ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਰਹਿੰਦਿਆਂ ਹੋਇਆ ਲਗਾਤਾਰ ਨਿਰੰਤਰ ਗੁਰਸਿੱਖੋ 12 ਸਾਲ ਸੇਵਾ ਕੀਤੀ, ਔਰ ਸੇਵਾ ਕੀਤੀ ਉਸ ਦੀ ਸਫਲ ਹੁੰਦੀ ਹੈ ਜਿਸ ਦੀ ਸੇਵਾ ਕਰ ਰਿਹਾ ਹੈ ਉਸ ਦੇ ਉੱਪਰ ਪ੍ਰਸੰਨਤਾ ਹੋਵੇ। ਸੇਵਾ ਉਸ ਵੇਲੇ ਜ਼ਿੰਦਗੀ ਦੀ ਸੁਖਦਾਈ ਹੁੰਦੀ ਹੈ ਜਿਸ ਦੀ ਸੇਵਾ ਦੇ ਵਿੱਚ ਅਸੀਂ ਰੁੱਝੇ ਹੋਏ ਹਾਂ, ਜਿਹਨੂੰ ਅਸੀਂ ਆਪਣਾ ਧਰਮ, ਈਮਾਨ ਸਾਰਾ ਕੁਝ ਸੌਂਪਿਆ ਹੈ, ਅਰਪਣ ਕੀਤਾ ਹੈ। ਜੇ ਉਹ ਸਾਡੇ ਜੀਵਨ ਦੇ ਉੱਪਰ ਪਸੀਜ ਜਾਣ ਤਾਂ ਸਮਝ ਲਓ ਸਾਡੀ ਸੇਵਾ ਸਫਲ ਹੈ। ਗੁਰੂ ਕੀ ਪਵਿੱਤਰ ਬਾਣੀ ਦੇ ਵਿੱਚ ਬਚਨ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ, ਸਭ ਪਾਪ ਕਸੰਬਲ ਪੰਨੇ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੂਰਨ ਪ੍ਰਸੰਨਤਾ ਦੇ ਪਾਤਰ ਬਣੇ।
ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ, ਗੁਰੂ ਕੇ ਚਰਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਅਨੇਕਾਂ ਘਟਨਾਵਾਂ ਘਟੀਆਂ, ਜਿਨ੍ਹਾਂ ਦੇ ਵਿੱਚ ਸਾਰਿਆਂ ਦੇ ਨਾਲੋਂ ਪ੍ਰਮੁੱਖ ਘਟਨਾ ਆਉਂਦੀ ਹੈ ਕਿ ਜੁਲਾਹੀ ਨੇ ਬੋਲ ਮਾਰਿਆ ਕਿ ਇਹ ਅਮਰੂ ਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ਨਾ ਕਬਹੂ ਚੈਨ ਕਰਤਾ। ਸਵੇਰ ਵੇਲੇ ਕਿੱਲੀ ਦੇ ਨਾਲ ਪੈੜ ਅੜਿਆ, ਜੁਲਾਹੇ ਦੇ ਘਰ ਦੇ ਵਿੱਚ ਪ੍ਰਵੇਸ਼ ਹੋਏ। ਜੁਲਾਹੇ ਨੇ ਉੱਚੀ ਆਵਾਜ਼ ਮਾਰੀ, ਓਏ ਕੌਣ? ਤੇ ਉਸ ਵੇਲੇ ਜੁਲਾਹੀ ਨੇ ਕਿਹਾ, ਇਹ ਅਮਰੂ ਨਵਾ ਦਾ ਅਰਥ ਹੈ ਨਿਥਾਵਾਂ ਹੋਵੇਗਾ, ਹੋਰ ਕੌਣ ਹੈ? ਜਿਹੜਾ ਕੇਵਲ ਤੇ ਕੇਵਲ ਰੋਜੀ ਰੋਟੀ ਦੀ ਖਾਤਰ ਭਟਕਦਾ ਫਿਰਦਾ, ਇਹਦੇ ਜੀਵਨ ਦੇ ਵਿੱਚ ਕਿਤੇ ਚੈਨ ਹੀ ਨਹੀਂ। ਇੱਕ ਗੱਲ ਚੇਤੇ ਰੱਖਿਓ ਗੁਰਸਿੱਖੋ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਆਪਾਂ ਸੇਵਾ ਕਰਨ ਵਾਲੇ ਸੇਵਕ ਦਾ ਜੀਵਨ ਪੜ੍ਹਦੇ ਆ ਨਾ, ਤੇ ਸੇਵਕ ਦਾ ਜੀਵਨ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਆਪਣੀ ਪਵਿੱਤਰ ਮੁਬਾਰਕ ਰਸਨਾ ਦੇ ਦੁਆਰਾ ਕਥਨ ਕੀਤਾ। ਹਸਤੀ ਸਿਰ ਜਿਉ ਅੰਕੁਸ਼ ਹੈ, ਅਹਰਨ ਜਿਉ ਸਿਰ ਦੇ, ਮਨ ਤਨ ਆਗੇ ਰਾਖ ਕੈ, ਉਬੀ ਸੇਵ ਕਰੇ, ਇਉ ਗੁਰਮੁਖ ਆਪ ਨਿਵਾਰੀਏ, ਸਭ ਰਾਜ ਸ੍ਰਿਸ਼ਟ ਕਾ ਲੇ, ਨਾਨਕ ਗੁਰਮੁਖ ਬੁਝੀਏ ਜਾਂ ਆਪੇ ਨਦਰ ਕਰੇ। ਇਹਨਾਂ ਪਵਿੱਤਰ ਪੰਕਤੀਆਂ ਦੇ ਵਿੱਚ ਸੇਵਕ ਦੇ ਜੀਵਨ ਬਾਰੇ ਕਥਨ ਕੀਤਾ ਹੈ, ਜਿਹੜਾ ਗੁਰੂ ਦੀ ਸੇਵਾ ਕਰਨ ਵਾਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਕਦੀ ਵੀ ਦੇਖਿਓ ਮਹਾਵਤ ਦੇ ਹੱਥ ਦੇ ਵਿੱਚ ਅੰਕੁਸ਼, ਮਹਾਵਤ ਦੇ ਹੱਥ ਦੇ ਵਿੱਚ ਕੁੰਡਾ ਹੁੰਦਾ ਹੈ, ਔਰ ਉਹ ਕੁੰਡਾ ਅਸਵਾਰ ਹੋਏ ਜਿਸ ਹਾਥੀ ਦੇ ਸਿਰ ਦੇ ਵਿੱਚ ਜਦੋਂ ਵੀ ਮਾਰਦਾ ਹੈ, ਮਾਰ ਕੇ ਕੁੰਡਾ ਜੇ ਨੂੰ ਹਾਥੀ ਨੂੰ ਕਹਿੰਦਾ ਹੈ, ਉਸ ਪਾਸੇ ਨੂੰ ਹੀ ਮੁੜਦਾ ਹੈ। ਕਦੀ ਹਾਥੀ ਨੇ ਇਹ ਤੇ ਨਹੀਂ ਨਾ ਕਿਹਾ ਵੀ ਨਾਲੇ ਮੈਂ ਸਿਰ ਵਿੱਚ ਤੇਰੇ ਕੋਲੋਂ ਕੁੰਡੇ ਖਾਵਾਂ ਤੇ ਨਾਲੇ ਤੇਰੀ ਕਹੀ ਹੋਈ ਗੱਲ ਮੰਨਾਂ, ਪ੍ਰੇਮ ਦੇ ਨਾਲ ਨਹੀਂ ਕਹਿ ਸਕਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਸੇਵਕ ਦਾ ਜੀਵਨ ਵੀ ਐਸਾ ਹੈ, ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਜੇ ਕਿਤੇ ਗੁਰੂ ਝਿੜਕੇ ਵੀ, ਫਿਰ ਜੁਲਾਹੀ ਪਾਗਲ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਈ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਇਤਿਹਾਸ ਦੇ ਵਿੱਚ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਸੰਦੇਸ਼ਾ ਭੇਜ ਕੇ ਬਾਬਾ ਅਮਰਦਾਸ ਸਾਹਿਬ ਜੀ ਨੂੰ ਆਪਣੇ ਪਾਸ ਸੱਦਿਆ ਔਰ ਬਚਨ ਕਿਹਾ, ਪੁਰਖਾ ਕਿਉਂ ਤੂੰ ਇਹਨਾਂ ਨੂੰ ਐਸੇ ਬੋਲ ਕਹੇ ਜਿਨ੍ਹਾਂ ਦੇ ਕਾਰਨ ਜੁਲਾਹੇ ਦੀ ਘਰ ਵਾਲੀ ਜਿਹੜੀ ਜੁਲਾਹੀ ਪਾਗਲ ਹੋ ਗਈ ਹੈ, ਸਰੀਰ ਦੇ ਕੱਪੜੇ ਪਾੜੀ ਜਾ ਰਹੀ ਹੈ। ਤੇ ਉਸ ਵੇਲੇ ਬਾਬਾ ਅਮਰਦਾਸ ਜੀ ਨੇ ਹੱਥ ਜੋੜੇ, ਕਿਹਾ ਮਹਾਰਾਜ ਇਹਨੇ ਇਹ ਬੋਲ ਆਪਣੀ ਜ਼ੁਬਾਨ ਦੇ ਨਾਲ ਕਿਹਾ ਵੀ ਅਮਰੂ ਨਿਥਾਵਾਂ ਹੈ, ਤੇ ਮੈਂ ਇਸ ਨੂੰ ਇਹ ਗੱਲ ਕਿਹਾ ਵੀ ਭਲੀਏ ਭੋਲੀਏ, ਮੈਂ ਨਿਥਾਵਾਂ ਨਹੀਂ, ਜੈਸਾ ਥਾਨ ਮੈਨੂੰ ਪ੍ਰਾਪਤ ਹੋਇਆ ਸ਼ਾਇਦ ਸੰਸਾਰ ਦੇ ਵਿੱਚ ਕਿਸੇ ਨੂੰ ਪ੍ਰਾਪਤ ਹੋਵੇ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਕਹਿਣ ਲੱਗੇ, ਗੁਰੂ ਦੀ ਸੇਵਾ ਕਰਕੇ ਤੁਹਾਡੀ ਰਸਨਾ ਦੇ ਉੱਪਰ ਸੱਤ ਆ ਗਿਆ ਹੈ, ਅੱਜ ਤੋਂ ਬਾਅਦ ਤੁਸੀਂ ਨਿਰਸੰਕੋਚ ਹੋ ਕਰਕੇ ਕਿਸੇ ਨੂੰ ਕੋਈ ਵੀ ਬਚਨ ਨਹੀਂ ਕਹਿਣਾ। ਇਸ ਦੇ ਨਾਲ ਨੂੰ ਅਗਲਾ ਸ੍ਰੀ ਖਡੂਰ ਸਾਹਿਬ ਜੀ ਦਾ ਹੀ ਇੱਕ ਵਾਕਿਆ ਆਉਂਦਾ ਹੈ। ਇੱਥੇ ਇੱਕ ਤਪਾ ਜਿਹੜਾ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਈਰਖਾ ਕਰਦਾ ਹੈ। ਇੱਥੋਂ ਦੇ ਜਿਹੜੇ ਖਹਿਰੇ ਲੋਕ ਸਨ, ਜੱਟ ਸਨ, ਉਹਨਾਂ ਨੇ ਕਿਹਾ ਮੀਂਹ ਨਹੀਂ ਪੈ ਰਿਹਾ, ਇਕੱਠੇ ਹੋ ਕੇ ਤਪੇ ਦੇ ਕੋਲ ਗਏ ਤੇ ਤਪਾ ਕਹਿਣ ਲੱਗਾ ਵੀ ਗ੍ਰਸਤੀ ਗੁਰੂ ਤਾਂ ਤੁਸੀਂ ਆਪਣੇ ਨਗਰ ਦੇ ਵਿੱਚ ਬਿਠਾਇਆ ਹੋਇਆ, ਮੀਂਹ ਕਿੱਥੇ ਪਵੇਗਾ? ਮੀਂਹ ਤੇ ਤਾਂ ਪਵੇਗਾ ਨਾ ਜਿਹੜੇ ਗ੍ਰਸਤੀ ਨੂੰ ਆਪਣਾ ਗੁਰੂ ਮੰਨਣ ਵਾਲੇ ਉਹ ਇਸ ਹੱਦ ਤੋਂ ਬਾਹਰ ਜਾ ਕੇ ਗੁਰੂ ਮੰਨਣ, ਤਾਂ ਰੱਬ ਦੀ ਕਰੋਪੀ ਤੁਹਾਡੇ ਨਗਰ ਤੋਂ ਹਟੇਗੀ। ਉਸ ਵੇਲੇ ਇਕੱਠੇ ਹੋ ਕਰਕੇ ਆਏ ਖਹਿਰਿਆਂ ਨੇ ਕਿਹਾ,
ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਿ ਤੁਸੀਂ ਇਸ ਨਗਰ ਨੂੰ ਛੱਡ ਦਿਓ, ਸਾਡਾ ਭਲਾ ਚਾਹੁੰਦੇ ਹੋ, ਇੱਥੇ ਮੀਂਹ ਨਹੀਂ ਪੈ ਰਿਹਾ। ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ, ਜਿੱਥੇ ਅੱਜ ਗੁਰਦੁਆਰਾ ਛਾਪੜੀ ਸਾਹਿਬ ਹੈ, ਉੱਥੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਜਾ ਕੇ ਵਿਰਾਜਮਾਨ ਹੋ ਗਏ। ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ, ਕਿਉਂਕਿ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਚਨ ਕਹਿ ਕੇ ਗੋਂਦੇ ਖੱਤਰੀ ਦੇ ਨਾਲ ਸ੍ਰੀ ਗੋਇੰਦਵਾਲ ਨਗਰ ਵਸਾਉਣ ਦੇ ਵਾਸਤੇ ਬਾਬਾ ਅਮਰਦਾਸ ਜੀ ਨੂੰ ਭੇਜਿਆ ਸੀ। ਦਰਸ਼ਨ ਦੀ ਲਾਲਸਾ ਲੈ ਕਰਕੇ ਜਦੋਂ ਖਡੂਰ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਉੱਪਰ ਆਏ, ਬਾਬਾ ਅਮਰਦਾਸ ਸਾਹਿਬ ਜੀ ਨੂੰ ਨਾ ਸਤਿਗੁਰੂ ਦੇ ਤੇ ਨਾ ਗੁਰੂ ਕੀ ਸੰਗਤ ਦੇ ਦਰਸ਼ਨ ਹੋਏ। ਆਸਨ ਸਿੰਘਾਸਨ ਤਾਂ ਉਹ ਹੈ, ਪਰ ਉਹ ਵਿਹਲਾ ਪਿਆ ਹੋਇਆ। ਪੁੱਛਿਆ ਤੇ ਸਿੱਖਾਂ ਨੇ ਦੱਸਿਆ ਕਿ ਤਪੇ ਨੇ ਈਰਖਾ ਦੇ ਕਾਰਨ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਨਗਰ ਤੋਂ ਬਾਰ-ਬਾਰ ਕੱਢਤਾ। ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ, ਬਾਬਾ ਅਮਰਦਾਸ ਸਾਹਿਬ ਜੀ ਨੇ ਉਹਨਾਂ ਖਹਿਰਿਆਂ ਨੂੰ ਇਕੱਤਰ ਕਰਕੇ ਕਿਹਾ, ਉਹ ਖਹਿਰਿਓ, ਤਪੇ ਨੇ ਜਿਹੜੇ ਬੋਲ ਕਹੇ ਸਨ ਉਹ ਤੇ ਪੂਰੇ ਨਹੀਂ ਹੋਏ। ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਨਗਰ ਤੋਂ ਕੱਢਤਾ, ਪਰ ਮੀਂਹ ਤੇ ਇੱਥੇ ਨਹੀਂ ਪਿਆ। ਹੁਣ ਮੈਂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦਾ ਸਿੱਖ ਹਾਂ, ਤੁਹਾਨੂੰ ਬਚਨ ਕਹਿਣਾ ਹਾਂ, ਸੂਰਜ ਛਿਪਣ ਤੋਂ ਪਹਿਲੋਂ ਜਿਸ ਦੀ ਪੈਲੀ ਦੇ ਵਿੱਚ ਤਪਾ ਆਪਣਾ ਪੈਰ ਧਰੇਗਾ ਨਾ, ਉਸੇ ਪੈਲੀ ਦੇ ਵਿੱਚ ਮੀਂਹ ਪਵੇਗਾ। ਉਸੇ ਵੇਲੇ ਜਿਹੜੇ ਜ਼ਿਮੀਂਦਾਰ ਸਨ ਉਹਨਾਂ ਨੇ ਤਪੇ ਨੂੰ ਫੜ ਲਿਆ, ਕਿਹਾ ਤਪਾ ਜੀ ਪਾਓ ਸਾਡੀ ਜ਼ਮੀਨ ਦੇ ਵਿੱਚ ਚਰਨ। ਹੁਣ ਜ਼ਮੀਨ ਉੱਥੋਂ ਦਾ ਦਾਇਰਾ ਕਾਫੀ ਵੱਡਾ ਹੈ, ਖਡੂਰ ਸਾਹਿਬ ਜੀ ਦੀ ਧਰਤੀ ਦੀ ਜ਼ਮੀਨ ਜਾਇਦਾਦ ਬਹੁਤ ਖੁੱਲੀ ਹੈ। ਜਦੋਂ ਇੱਕ ਦੇ ਜ਼ਮੀਨ ਦੇ ਵਿੱਚ ਪੈਰ ਪਾਏ ਤਾਂ ਆਕਾਸ਼ ਦੇ ਵਿੱਚ ਕਾਲੀਆਂ ਘਟਾਵਾਂ ਚੜ੍ਹਨੀਆਂ ਸ਼ੁਰੂ ਹੋ ਗਈਆਂ। ਖਹਿਰਿਆਂ ਨੇ ਜਾਣਿਆ ਸਤਿਗੁਰੂ ਦਾ ਬਚਨ ਸੱਤ ਹੈ, ਗੁਰੂ ਕੇ ਸਿੱਖ ਨੇ ਜਿਹੜਾ ਕਿਹਾ ਹੈ। ਹੁਣ ਆਪੋ ਧਾਪੀ ਪੈ ਗਈ, ਕੋਈ ਕਹਿੰਦਾ ਹੈ ਮੇਰੇ ਆਲੇ ਪਾਸੇ ਆਓ, ਕੋਈ ਕਹਿੰਦਾ ਹੈ ਮੇਰੀ ਜ਼ਮੀਨ ਦੇ ਵਿੱਚ ਪੈਰ ਪਾਓ, ਕਿਉਂਕਿ ਬਾਬਾ ਅਮਰਦਾਸ ਜੀ ਨੇ ਬਚਨ ਕਿਹਾ ਸੀ ਵੀ ਸੂਰਜ ਛਿਪਣ ਤੋਂ ਪਹਿਲੋਂ ਜਿਹਦੇ ਜ਼ਮੀਨ ਦੇ ਵਿੱਚ ਇਹਨੇ ਪੈਰ ਪਾਤੇ ਉੱਥੇ ਮੀਂਹ ਪਵੇਗਾ। ਇਤਿਹਾਸ ਦੇ ਵਿੱਚ ਮੈਂ ਆਪਣੇ ਕੋਲੋਂ ਗੱਲ ਨਹੀਂ ਕਹਿੰਦਾ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਜੋ ਪੰਥ ਪ੍ਰਮਾਣਿਤ ਇਤਿਹਾਸ ਹੈ, ਉਸ ਦੇ ਵਿੱਚ ਬਚਨ ਲਿਖਿਆ ਹੈ ਕਿ ਤਪਾ ਜਿਹੜੇ ਪਾਸੇ ਜਾਂਦਾ ਹੈ ਉੱਥੇ ਮੀਂਹ ਪੈਂਦਾ ਹੈ। ਹੁਣ ਦਿਲ ਢਲਣਾ ਸ਼ੁਰੂ ਹੋ ਗਿਆ। ਖਹਿਰਿਆਂ ਨੇ ਸੋਚਿਆ ਵੀ ਕੁਛ ਜ਼ਮੀਨ ਰਹਿ ਜਾਵੇਗੀ, ਜਿੱਥੇ ਪੈਰ ਮੁੱਕਦੀ ਗੱਲ ਤਪੇ ਦੀ ਬੋਟੀ ਖਿਲਾਰਤੀ, ਆਪੋ ਆਪਣੀ ਜ਼ਮੀਨ ਦੇ ਵਿੱਚ ਲੈ ਗਏ। ਫਿਰ ਬਾਬਾ ਅਮਰਦਾਸ ਸਾਹਿਬ ਜੀ ਦੇ ਕੋਲ ਆਏ, ਕਹਿਣ ਲੱਗੇ ਮੇਰੇ ਕੋਲ ਨਹੀਂ, ਮੈਂ ਤੇ ਗੁਰੂ ਦਾ ਸਿੱਖ ਹਾਂ, ਜਾਓ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਾਓ, ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਆਪਣੀ ਭੁੱਲ ਬਖਸ਼ਾਓ। ਸਤਿਗੁਰੂ ਸਾਰੀਆਂ ਹੀ ਬਖਸ਼ਿਸ਼ਾਂ ਦੇ ਮਾਲਕ। ਉਸ ਵੇਲੇ ਬਾਬਾ ਅਮਰਦਾਸ ਜੀ ਨਾਲ ਗਏ। ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ ਕਿ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪਿੱਠ ਕਰ ਲਈ। ਜਿਹੜੇ ਪਾਸਿਓਂ ਦਰਸ਼ਨ ਕਰਨਾ ਚਾਹਣ ਬਾਬਾ ਅਮਰਦਾਸ ਜੀ ਮਹਾਰਾਜ ਸਾਹਿਬ ਉਸ ਪਾਸੇ ਨੂੰ ਮੂੰਹ ਘੁਮਾ ਲੈਂਦੇ। ਉਸ ਪਾਸੇ ਕਹਿੰਦੇ ਕਿਆ ਅਖੀਰ ਬਾਬਾ ਅਮਰਦਾਸ ਜੀ ਕਹਿੰਦੇ ਮਹਾਰਾਜ ਨਿਰਾਸ਼ਤਾ ਦਾ ਕਾਰਨ ਤਾਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਪੁਰਖਾ ਤੈਨੂੰ ਬਚਨ ਕਹੇ ਸੀ ਨਾ ਵੀ ਤੇਰੀ ਜ਼ੁਬਾਨ ਸੱਤ ਪਰ ਤੱਗੀ ਹੋ ਗਈ ਹੈ, ਤੇਰੀ ਜ਼ੁਬਾਨ ਤੇ ਸੱਤ ਵਸ ਗਿਆ ਹੈ। ਹੁਣ ਤੂੰ ਨਿਰਸੰਕੋਚ ਹੋ ਕਰਕੇ ਕਦੀ ਵੀ ਕਿਸੇ ਨੂੰ ਬਚਨ ਨਾ ਕਹੀਂ। ਤੇਰੇ ਬੋਲਾਂ ਦੇ ਕਰਕੇ ਕਿਸੇ ਦੀ ਜਾਨ ਗਈ ਹੈ। ਤਾਂ ਉਸ ਵੇਲੇ ਬਾਬਾ ਅਮਰਦਾਸ ਜੀ ਕਹਿਣ ਲੱਗਾ ਮਹਾਰਾਜ ਮੈਂ ਤੁਹਾਡਾ ਸਿੱਖ ਹਾਂ, ਤੁਹਾਡੀ ਬੇਰੁਮਤੀ ਕੀਤੀ ਉਸ ਤਪੇ ਨੇ ਜਿਹੜੀ ਸਿੱਖ ਹੋਣ ਦੇ ਨਾਤੇ ਮੇਰੇ ਕੋਲੋਂ ਜਰੀ ਨਹੀਂ ਗਈ, ਤਾਂ ਮੈਂ ਬਚਨ ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਐਸਾ ਕੋਈ ਵੀ ਬੋਲ ਆਪਣੀ ਰਸਨਾ ਤੋਂ ਨਹੀਂ ਕਵਾਂਗਾ ਜਿਸ ਦੇ ਕਾਰਨ ਕਿਸੇ ਨੂੰ ਠੇਸ ਪਹੁੰਚੇ। ਸਮਾਂ ਆਪਣੀ ਚਾਲੇ ਚੱਲਿਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਵਾਰਸ ਬਣੇ। ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ ਕਿ ਇਥੋਂ ਦੇ ਕੁਝ ਮੁਸਲਮਾਨ ਲੋਕ
ਜਿਨ੍ਹਾਂ ਦੇ ਸਬੰਧ ਦਿੱਲੀ ਤਖਤ ਦੇ ਨਾਲ ਇੱਥੇ ਸੇਵਾ ਹੁੰਦੀ ਸੀ। ਤੇ ਉਹਨਾਂ ਲੋਕਾਂ ਨੇ ਜਦੋਂ ਗੁਰੂ ਕੀ ਸੰਗਤ ਨੇ ਬਿਆਸ ਦਰਿਆ ਦੇ ਵਿੱਚੋਂ ਜਲ ਭਰਨਾ ਘੜੇ ਲੈ ਕਰਕੇ, ਉਹਨਾਂ ਦੇ ਬਾਲਕਾਂ ਨੇ ਹੱਥ ਦੇ ਵਿੱਚ ਗੁਲੇਲੇ ਲੈਣੇ ਤੇ ਉਹ ਘੜੇ ਤੋੜ ਦਿਆ ਕਰਨੇ। ਸਿੱਖਾਂ ਨੇ ਆਣ ਕੇ ਬੇਨਤੀ ਕੀਤੀ, ਮਹਾਰਾਜ ਜਲ ਭਰ ਕੇ ਅਸੀਂ ਲਿਆਉਣੇ ਆ, ਪਰ ਇਹ ਲੋਕ ਗੁਲੇਲੇ ਮਾਰ ਕਰਕੇ ਸਾਡੇ ਘਰੇ ਤੋੜ ਦਿੰਦੇ। ਅਸੀਂ ਇਹਨਾਂ ਦੇ ਵੱਡਿਆਂ ਨੂੰ ਵੀ ਕਿਹਾ, ਪਰ ਇਹਨਾਂ ਨੇ ਸਾਡੀ ਗੱਲ ਸੁਣੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਤੁਸੀਂ ਹੁਣ ਮਸ਼ਕਾਂ ਦੇ ਵਿੱਚ ਜਲ ਲਿਆਉਣਾ ਸ਼ੁਰੂ ਕਰ ਦਿਓ। ਮਸ਼ਕਾਂ ਲਈਆਂ, ਉਹਨਾਂ ਦੇ ਵਿੱਚ ਤੀਰ ਮਾਰ ਕੇ ਉਹ ਜਿਹੜੀਆਂ ਮਸ਼ਕਾਂ ਪਾੜ ਦਿੰਦੇ ਰਹੇ। ਫਿਰ ਗੁਰੂ ਕੇ ਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਗਾਗਰਾਂ ਦੇ ਵਿੱਚ ਜਲ ਲੈ ਕਰਕੇ ਆਇਆ। ਉਹ ਗਾਗਰਾਂ ਦੇ ਵਿੱਚ ਜਲ ਲੈ ਕਰਕੇ ਆਉਂਦੇ ਤੇ ਗੁਰੂ ਕੇ ਸਿੱਖਾਂ ਨੂੰ ਰੋੜੇ ਮਾਰਦੇ। ਮੈਂ ਤੁਹਾਨੂੰ ਬਚਨ ਕਿਹਾ, ਜਿਹੜਾ ਧੰਨ ਗੁਰੂ ਅੰਗਦ ਨੇ ਮਹਾਰਾਜ ਸਾਹਿਬ ਜੀ ਦੇ ਨਾਲ ਕੌਲ ਕਰਾਰ ਕੀਤਾ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਜਾਣ ਤੋਂ ਬਾਅਦਾਂ ਵੀ ਪੁਕਾਇਆ। ਕਿਹਾ ਮਹਾਰਾਜ ਤੁਸੀਂ ਬਚਨ ਕਿਉਂ ਨਹੀਂ ਕਰਦੇ? ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ, ਮੈਂ ਵੱਡੇ ਸਤਿਗੁਰਾਂ ਦੇ ਨਾਲ ਇਹ ਵਾਅਦਾ ਕੀਤਾ ਹੈ, ਬਚਨ ਕੀਤਾ ਹੈ ਕਿ ਜਿਸ ਦੇ ਨਾਲ ਕੋਈ ਜਾਨੀ ਮਾਲੀ ਕਿਸੇ ਦਾ ਨੁਕਸਾਨ ਹੋਵੇ, ਐਸਾ ਬਚਨ ਮੈਂ ਕਦੀ ਵੀ ਰਸਨਾ ਤੋਂ ਨਹੀਂ ਕਵਾਂਗਾ। ਤਾਂ ਮੈਨੂੰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਦਰਸ਼ਨ ਦਿੱਤੇ ਸਨ ਛਾਪੜੀ ਸਾਹਿਬ ਜੀ ਦੀ ਧਰਤੀ। ਇਸ ਵਾਸਤੇ ਐਸਾ ਬਚਨ ਮੈਂ ਕੋਈ ਨਹੀਂ ਕਵਾਂ। ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ ਕਿ ਉਸੇ ਹੀ ਜਗ੍ਹਾ ਦੇ ਉੱਪਰ ਇੱਕ ਬੈਰਾਗੀਆਂ ਦੀ ਜਮਾਤ ਆਈ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ। ਸਿੱਖਾਂ ਦੇ ਗਿੱਜੇ ਹੋਏ ਜਿਹੜੇ ਉਹਨਾਂ ਪਠਾਣਾਂ ਦੇ ਪੁੱਤਰ ਸਨ, ਉਹਨਾਂ ਨੇ ਉਹਨਾਂ ਨੂੰ ਵੀ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਵੀ ਪਾਣੀ ਭਰਿਆ ਹੋਇਆ ਸੀ, ਉਹਨਾਂ ਨੇ ਜਿਹੜਾ ਗੁਲੇਲੇ ਚਲਾਉਣੇ ਸ਼ੁਰੂ ਕੀਤੇ ਤੇ ਜਿਹੜਾ ਉਹਨਾਂ ਦਾ ਮੁਖੀਆ ਸੀ ਨਾ, ਉਸ ਦੀ ਅੱਖ ਦੇ ਵਿੱਚ ਗੁਲੇਲੇ ਦੇ ਵਿੱਚੋਂ ਚੱਲਿਆ ਹੋਇਆ ਬਰੰਟਾ ਬੀਟਾ ਵੱਜਾ, ਜਿਸ ਦੇ ਕਾਰਨ ਅੱਖ ਨਿਕਲ ਕੇ ਬਾਹਰ ਆ ਗਈ। ਗੁੱਸੇ ਦੇ ਵਿੱਚ ਆਏ ਹੋਏ ਜਿਹੜੇ ਬੈਰਾਗੀ ਜਾਤ ਦੇ ਲੋਕ ਸਨ, ਆਪਣੇ ਸ਼ਸਤਰਾਂ ਦੇ ਨਾਲ ਜਿੰਨੇ ਵੀ ਉਹ ਬਾਲਕ ਸਨ ਸਾਰਿਆਂ ਨੂੰ ਨਿਕਾ ਨਿਕਾ ਕਰਕੇ ਟੁਕਿਆ। ਫਿਰ ਜਿਹੜੇ ਉਹਨਾਂ ਦੇ ਵੱਡੇ ਸਨ ਹੰਕਾਰ ਰੱਖਦੇ ਸਨ, ਸਾਡਾ ਦਿੱਲੀ ਦੇ ਨਾਲ ਸਾਂਝ ਹੈ, ਜਦੋਂ ਉਹਨਾਂ ਨੂੰ ਗਾਂਹ ਹੋਏ ਉਹਨਾਂ ਨੂੰ ਵੀ ਨਿਕਾ ਨਿਕਾ ਕਰਕੇ ਟੁਕਿਆ। ਤਾਂ ਉਸ ਵੇਲੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਰਸਨਾ ਦੇ ਦੁਆਰਾ ਗੁਰੂ ਕੀ ਬਾਣੀ ਦੇ ਵਿੱਚ ਬਚਨ ਕਿਹਾ ਸੀ, ਸਿੱਖੋ ਜਿਹੜਾ ਨਿਰਵੈਰੇ ਦੇ ਨਾਲ, ਜਿਹਦੇ ਕੋਲ ਨਿਰਵੈਰ ਹੈ, ਕਿਸੇ ਦੇ ਨਾਲ ਵੈਰ ਨਹੀਂ, ਜਿਹੜਾ ਉਹਦੇ ਨਾਲ ਵੈਰ ਕਰੇਗਾ ਨਾ, ਰੱਬ ਵੱਲੋਂ ਐਸੀ ਉਹਨੂੰ ਮਾਰ ਪਵੇਗੀ, ਦੁਨੀਆ ਦੇ ਵਿੱਚ ਕਦੀ ਉੱਠ ਹੀ ਨਹੀਂ ਸਕੇਗਾ। ਐਸੇ ਦੀਨ ਦਿਆਲ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪ੍ਰਥਾਏ ਪਟ ਸਾਹਿਬਾਨਾਂ ਨੇ ਆਪਣੀ ਪਵਿੱਤਰ ਰਸਨਾ ਦੇ ਦੁਆਰਾ ਬਚਨ ਕਿਹਾ, ਗੁਰ ਅਮਰਦਾਸ ਪਰਸੀਐ ਪਹੁਮ ਪਾਤਕ ਬਿਨਾਸੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਝੁਕਣ ਦੇ ਨਾਲ, ਸਤਿਗੁਰੂ ਦੇ ਕੇਵਲ ਦਰਸ਼ਨ ਕਰਨ ਦੇ ਨਾਲ ਪਟ ਸਾਹਿਬਾਨ ਕਹਿੰਦੇ ਦੁਨੀਆ ਦੇ ਵਿੱਚ ਕਮਾਤੇ ਹੋਏ ਪਾਪ ਉਹ ਸਾਰੇ ਹੀ ਨਾਸ਼ ਹੋ ਜਾਣ। ਜਿਹੜਾ ਭਾਵਨਾ ਦੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਝੁਕਦਾ ਹੈ, ਪਟ ਸਾਹਿਬਾਨ ਕਹਿੰਦੇ ਸਿੱਧ ਸਾਧਕ ਆਸਾਸੈ। ਆਸਾਸੈ ਦਾ ਸੰਪਰਦਾਈ ਅਰਥ ਮਹਾਂਪੁਰਖਾਂ ਨੇ ਕੀਤਾ ਵੀ ਸਮੁੱਚੀਆਂ ਆਸਾਂ, ਰਿੱਧੀਆਂ ਸਿੱਧੀਆਂ ਨਿੱਧੀਆਂ, ਜੋ ਵੀ ਮਨ ਦੀ ਮਨੌਤ ਹੈ ਉਹ ਸਾਰੀਆਂ ਪੂਰੀਆਂ ਹੁੰਦੀਆਂ ਜਿਹੜਾ ਇੱਕ ਵਾਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲੈਂਦਾ। ਇਤਿਹਾਸ ਦੇ ਵਿੱਚ ਬੜੀ ਪਿਆਰੀ ਇੱਕ ਘਟਨਾ ਹੁੰਦੀ ਹੈ। ਮੇੜੇ ਨਗਰ ਦਾ ਵਸਨੀਕ ਇੱਕ ਬ੍ਰਾਹਮਣ ਸੀ, ਜਿਸ ਦਾ ਨਾਮ ਸੀ ਦੁਰਗਾ ਦਾਸ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਅਜੇ ਨਾ ਤਾਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਸਨ, ਆਪਣੇ ਨਗਰ ਦੇ ਵਿੱਚ ਰਹਿੰਦੇ ਸਨ ਤੇ ਇੱਥੋਂ ਹੀ ਗੰਗਾ ਦੇ ਵਿੱਚ ਇਸ਼ਨਾਨ ਕਰਨ ਦੇ ਵਾਸਤੇ ਜਾਂਦੇ ਸਨ। 20ਵੀਂ ਵਾਰ ਜਦੋਂ ਗੰਗਾ ਨਹਾਉਣ ਦੇ ਵਾਸਤੇ ਗਏ, ਮੇੜੇ ਦੀ ਧਰਮਸ਼ਾਲਾ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਟਿਕੇ ਹੋਏ। ਜਦੋਂ ਇਹਨਾਂ ਦੇ ਚਰਨ ਦੇਖੇ,
जे भट्ट साहिबाना नूं पढ़ीए तो वो कहते हैं सतगुरु के हथ दे विच पद्म का निशान सी। जे भाई साहब भाई संतोख सिंह जी की लिखत के मुताबिक मैं आप जी नूं दसां तो उत्थे बचन लिखिया है कि सतगुरु के चरणों के विच भी एक पद्म का निशान सी। जिस वेले उस पद्म का निशान ज्योतिष विद्या दे विच माहर पंडित दुर्गादास ने देखिया तो वह बाबा अमरदास साहब जी के पास आ गया, हाथ जोड़ के नमस्कार कीते। बाबा अमरदास जी धर्मशाला दे विच टिके हुए सन, उठे ते उस वेले दुर्गादास पंडित कहन लगा जी तुसीं जां तां कोई रब दे पुजे हुए फकीर हो जां चक्रवर्ती बादशाह हो जेड़े भेस बदला करके अपनी प्रजा का दुख सुख दे विच हामी होने दे वास्ते आए। उस वेले बाबा अमरदास जी ने पंडित जान करके अपने बोझे दे विचों कुछ मोहरां कढ़ियां देन लगे पंडित नूं ते नाल ही बचन किया दुर्गादास जी ना ते मैं कोई पुज्जा होया रब दा फकीर हाँ ते ना ही मैं कोई चक्रवर्ती बादशाह, मैं ते आप इशनानी बन के साल बादा गंगा नहाउण दे वास्ते जांदा। दुर्गादास ने वो पैसे लैण तो इनकार किया, अपनी जुबान दे नाल ये बचन कह कहंदे मेरी पढ़ी हुई ज्योतिष विद्या वो कभी भी गलत नहीं हो सकती। ज्योतिष विद्या की गल आई इस वास्ते मैं तुहानू एक बचन दसां। दास जदों विद्या पढ़दा सी, क्योंकि सानू सारा कुछ पढ़ना पैंदा है, ये ग्रंथ जदों महापुरखों ने पढ़ाया जिस दे विच ज्योतिष विद्या का कथन सी, उन्होंने ये बचन दसिया भी ज्योतिष विद्या बंदे दे कर्म दस सकती है जिन्हें पढ़िया। जिवें गुरबाणी दे विच एक बचन आउंदा है, राजा जनमेजा दे मती बरज व्यास पढ़ाया, तीन घर जग 18 काए कोई किरत ना चले चलो। व्यास जी ने ज्योतिष विद्या पढ़ी सी ते राजे जनमेजे नूं दसता सी भी तेरा अंत इवें होना है। राजा जनमेजा कहंदा ये कर्म मैं करांगा ही ना, मेरा अंत किवें हो जाएगा। ते उस वेले व्यास जी ने यह गल कही, कहन लगे ज्योतिष विद्या केवल दस सकती है पर उसका उपाव कोई नहीं कर सकती, बचन का यतन कोई नहीं कर सकता। हुण तां गुरु सिखो जगह जगह के उपर ज्योतिष विद्या के केंद्र खुले हुए हैं, जिन्होंने शायद कर्म पढ़ने भी नहीं आते, रेखा पढ़निया भी नहीं आउंदियां, ते दसदे हन भी जे आ उपाओ आ यतन करो तो इवें तुहानू सिद्धि हो सकती। दुर्गादास कहन लगा महाराज मेरी पढ़ी हुई ज्योतिष विद्या कभी भी गलत नहीं हो सकती। समा आवेगा जां तां तुसीं पुजे हुए फकीर की गद्दी दे वारस बनोगे ते जां समा आवेगा तुसीं चक्रवर्ती बादशाह दा तिलक तुहानू प्राप्त होवेगा, तुसीं राज गद्दी दे वारस बनो। समना अपनी चाले चलिया। धन गुरु गुरु अमरदास महाराज सच्चे पातशाह जी जगत जलंदे दा उद्धार करते हुए गुरसिखां दी बेनती नूं प्रवान करके तीर्थां दे उपर बैठे हुए जिहड़े लोग सन उन्हां दे जीवनां दे विचों भरम भै मिटाउण दे वास्ते, भुलेखे कढ़ण दे वास्ते गुरबाणी का बचन है, सतगुर तीर्थ उद्यम किया सब लोक उधरन अर्थ। तीर्थां दे उत्ते बैठे हुए लोकां नूं उपदेश देण दे वास्ते धन गुरु गुरु अमरदास महाराज सच्चे पातशाह जी वक्खो वखरे तीर्थां दे उपर अपने चरण पाउणे शुरू करते। इस फेरी के दरम्यान महाराज सच्चे पातशाह ने उस मेड़े नगर की धर्मशाला दे विच मुड़ जाके रुके हैं। इतिहास दे विच बचन आउंदा है, पता लगा गुरु नानक की गद्दी का वारस आया है, तो उस वेले वो दुर्गादास पंडित जिहदे जीवन दे विच धर्म प्रति भावना सी, वो दर्शन करने दे वास्ते आया। सिख संगत दे विच आण के जदों दर्शन कर लगा, सामने की तकदा है कि जेड़े बाबे अमरदास जी नूं कुछ अरशा पहलों मैं इसे ही अस्थान के उपर इसे ही जगह के उपर मिलिया सां, अज वो बाबा सतगुरु गुरु नानक देव साहब जी की गद्दी का तीसरा वारस है।
जाके चरणों के विच नमस्कार कीती। दुर्गा दास पंडित, क्योंकि पंडित की बुद्ध हमेशा चलाक हुंदी है, मैं नहीं कहता गुरबाणी का बचन है। जाके नमस्कार की। पंडित दुर्गा दास कहन लगा, महाराज मैनू पछाणिया मैं कौन हाँ? सतगुरु गुरु अमरदास साहिब जी कह लगे, हाँ पंडित जी पछाण लिया। क्या महाराज एक कौल करार भी आप कीता सी भी जदों जा पुजे होए फकीर दी गद्दी दे वारस बनोगे जां राज गद्दी दे वारस बनोगे, उदों मैं तुहाडे कोलों मंगांगा। उस वेले मैनू ना नहीं करनी, उस वेले मैं तुहाडियां मोहरां मुड़ तुहाडी जेब दे विच पातीआं सी। तां उस वेले सतगुरु गुरु अमरदास महाराज सच्चे पातशाह जी कहन लगे, पंडित दुर्गा दासा की चाहिदा है मंग। गुरु की संगत दे विच आया तां उस वेले दुर्गा दास कहन लगा, महाराज तुहाडे कोलों मंगा की, तुसी तां अंतरजामी हो, दिलां दियां जानन वाले हो। कहंदे हन कि सतगुरु गुरु अमरदास महाराज साहब जी कहन लगे, दुर्गा दास जी लोक दे सुख चाहिए जां परलोक दे सुख चाहिए? जे लोक दे चाहिए तो तुहानू वो भी प्राप्त हो जाणगे। दुनिया दे जिन्ने सुख अन्न धन सारा कुछ तुहानू प्राप्त हो जावे। जे परलोक दे सुख चाहिए तो तुहानू वो भी प्राप्त हो जाणगे। मंगो तुहाडे मन की की मनशा है, तुहाडे मन की दिली इच्छा की है, गुरु नानक दे घर दे विचों तुहानू उसे चीज़ की प्राप्ति होवेगी। तां उस वेले पंडित दुर्गा दास जी ने जो मंगया, गुर इतिहास दे विच कथन है। दुर्गा दास कहन लगा, महाराज नाम देह धन देह ना जन को, धन बिना नर जग ना सुहावे। तुसी नाम की गल कीती, नाम बेशक परलोक दा तां राखा है, नाम जपिया होया परलोक दे विच तां सुख दिंदा है, पर महाराज केवल बंदे दे कोल नाम ही होया, धन ना होया ते धन तो बगैर इस संसार दे विच दुनिया दे लोकां दे विच शोभा नहीं पाई। क्योंकि गुरबाणी दा बचन है, निर्धन आदर कोई ना दे। जेड़ा निर्धन है, जिहदे कोल पैसा नहीं, दुनिया दे लोग उसनूं बहुता आदर दे करके मान सत्कार दे करके वड्याउंदे ने। महाराज जे केवल पल्ले नाम होया, धन ना होया, पैसा ना होया, दुनिया के लोगों के विच असीं शोभा नहीं पावांगे। सतगुरु कहन लगे, फिर दुर्गा दासा धन मंगदा है, पैसा चाहिए है? क्या महाराज नहीं, जे धन देहे नाम नहीं देवे हैं, नाम बिना जन जमपुर जाए। जे कल्ला धन नहीं देता, नाम ना दिता, ते नाम तो बगैर जमा की पुरी दे विच पकड़िया जावांगा। दोवें पासे तुहाडे नाम नूं ही हानि है। जे जमा दे कोल पकड़िया गया, दुनिया के लोग कहणगे भी वेखो दुर्गा दास गुरु के चरणों के विचों मंगिया, पर इनू गुरु ने धन ही नहीं दे सकिया, फिर भी मंग के भी गरीब दा गरीब ही रहा। जे परलोक दे विच जा करके जमा की मार पई, दुनियावी धन होया, तो फिर दुनिया ये गल प्रचारी जाएगी, उत्थे भी तो रूहां शरीर है ही ना। वो कह वेखो गुरु अमरदास साहब जी के चरणों के विचों मंगण का की फायदा, केवल धन ही मिलिया, पर लोक दे विच तां फिर मार सहारनी पै रही। मारे कहंदे फिर दुर्गा दास मंगदा की है? तां उस वेले दुर्गा दास कहन लगा, महाराज तो पह कही नहीं बन आवे, ज्यों भावै त्यों बनत बनाए, गुर अमरदास तेजो के नंदन दोनों निर्मल पंथ चले। महाराज तुहाडे कोलों मंगना बन नहीं आउंदा, जो तुहाडी मर्जी है सानू दे दो। सतगुरु प्रसन्न होए, लोक ते परलोक दे सुख महाराज सच्चे पातशाह जी ने कहा, संसार दे विच अन्न धन दी तेरे कोल कमी नहीं रहेगी, परलोक दे विच भी तेनू जमा दी मार नहीं पवेगी, क्योंकि गुरु नानक दे चरणों दे विच चुकिया। सतगुरु गुरु अमरदास साहब जी दे परथाए भट्ट साहबान कहंदे, सतगुरु ऐसे हैं जिन्होंने सारियां सिद्धियां, जिन्होंने सारियां रिद्धियां गुरु अमरदास साहब जी दे चरणों दे विच आण के जिन्हां दियां सारियां ही आसां पूरियां हो। ऐसे दीन दयाल गरीब निवाज सतगुरु
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪ੍ਰਥਾਏ ਆਪਾਂ ਬੜਾ ਪਿਆਰਾ ਬਚਨ ਸਰਵਣ ਕਰਦੇ ਆ। ਕਨ ਹਰ ਬੂੰਦ ਬਸ ਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੇ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। रुद्र ध्यान ज्ञान सतगुर के, कब जन भल उन्हें जो गावे। भले अमरदास गुण तेरे, तेरी उपमा तोहे बन आवे। दीन दयाल गरीब निवाज सतगुरु साहब जी दे पावन सचखंड गमन दिहाड़े ਨੂੰ ਸਮਰਪਿਤ हर साल की तरह जो ये महान सालाना जोड़ मेला इस अस्थान के उपर सत्कारयोग महापुरख किला आनंदगढ़ साहिब जी के जो भी मुख प्रबंधक होंगे, सचखंड वासी महापुरख बाबा हरभजन सिंह जी पहलवान, हुण मौजूदा मुखी सच श्रीमान संत बाबा सुच्चा सिंह जी, आप सिख संगत इलाके के सहयोग के नाल मनाउंदे हन। महाराज किरपा करन साडियां हाजरियां गुरु चरनां दे विच प्रवान होण। दरों घरों गुरु सिੱਖੀ, दरों घरों नितनेम गुरु के चरनां दे विचों प्रेम प्यार प्राप्त होवे, ताकि गुरु के चरनां दे नाल ला के जीवन सफल कर सकीए। गुरु वाले बनो अमृत छको, गुरु की बाणी दा प्रचार प्रकाश घरां दे विच करो, जिस दे नाल जीवन सौर सके। गुरबाणी विचार करदियां होइयां भुल्लां दी मुआफ़ी अगे तो समत बख्शनी, असीस बख्शदे होए आखो जी वाहिगुरु जी का खालसा वाहिगुरु जी की फतेह।